ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜੀਤ ਟੀਵੀ ਦੇਖਣ ਵਾਲਿਆਂ ਦਾ ਮੈਂ ਬਹੁਤ ਸਵਾਗਤ ਕਰਦੀ ਹਾਂ। ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਮਾਈ ਚੈਨਲ, ਫॉर ਸਬਸਕ੍ਰਾਈਬਿੰਗ ਮਾਈ ਚੈਨਲ। ਇਮੀਗ੍ਰੇਸ਼ਨ ਰਿਲੇਟਡ ਵੀਡੀਓ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੋ ਦੱਸੋ ਜੀ ਸਾਰੇ ਤੁਸੀਂ ਕਿੱਦਾਂ ਹੋ? ਆਈ ਹੋਪ ਯੂ ਆਲ ਆਰ ਡੂਇੰਗ ਵੈਲ ਇਨ ਯੋਰ ਲਾਈਫ ਐਂਡ ਮਾਈ ਬੈਸਟ ਵਿਸ਼ੇਸ ਆਰ ਵਿਦ ਯੂ। ਅੱਜ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੀ ਹਾਂ ਉਹ ਇੱਕ ਅਜੀਬ ਜਿਹਾ ਟੌਪਿਕ ਹੈ। ਐਕਚੁਅਲੀ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇੱਕ ਜਨਰੇਸ਼ਨ ਗੈਪ ਹੈ। ਜਿੱਦਾਂ ਕਿ ਤੁਸੀਂ ਜਿਹੜੇ ਮੇਰੇ ਰੈਗੂਲਰ ਵਿਊਅਰਸ ਨੇ ਉਹਨਾਂ ਨੂੰ ਇੱਕ ਚੀਜ਼ ਪਤਾ ਹੈ ਕਿ ਕੁਝ ਲੋਕਾਂ ਦੇ ਕਮੈਂਟਾਂ ਦੇ ਹਿਸਾਬ ਨਾਲ ਮੈਂ ਇਹ ਵੀਡੀਓ ਬਣਾ ਰਹੀ ਹਾਂ ਕਿ ਜਿੱਦਾਂ ਕਈ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਨੂੰ ਨਵੇਂ ਆਏ ਸਟੂਡੈਂਟਸ ਤੋਂ ਪ੍ਰੋਬਲਮ ਹੈ ਐਂਡ ਮੈਂ ਉਸ ਹਿਸਾਬ ਨਾਲ ਕੁਝ ਵੀਡੀਓਜ਼ ਬਣਾਉਂਦੀ ਹਾਂ। ਜਿਸ ਟਾਈਮ ਸਟੂਡੈਂਟਸ ਦੀ ਗਲਤੀ ਹੁੰਦੀ ਹੈ ਮੈਂ ਉੱਥੇ ਸਟੂਡੈਂਟਸ ਨੂੰ ਕਹਿੰਦੀ ਹਾਂ ਤੁਸੀਂ ਗਲਤ ਹੋ, ਜਿੱਥੇ ਦੂਸਰੀ ਪ੍ਰੋਬਲਮ ਹੁੰਦੀ ਹੈ ਮੈਂ ਉਹਨਾਂ ਨੂੰ ਵੀ ਕਹਿੰਦੀ ਹਾਂ। ਤਾਂ ਇੱਕ ਮੇਰੇ ਰੈਗੂਲਰ ਵਿਊਅਰਸ ਨੇ ਮਿਸਟਰ ਸਿੱਧੂ ਟੋਰਾਂਟੋ ਤੋਂ ਐਂਡ ਉਹਨਾਂ ਦੇ ਕਾਫੀ ਸਾਰੇ ਕੰਪਲੇਂਟਸ ਨੇ। ਐਕਚੁਅਲੀ ਮੈਂ ਇਹ ਵੀਡੀਓ ਉਹਨਾਂ ਲਈ ਬਣਾ ਰਹੀ ਹਾਂ ਐਂਡ ਉਸੇ ਹੀ ਹਿਸਾਬ ਨਾਲ ਹੋਰ ਬਹੁਤ ਸਾਰੇ ਲੋਕਾਂ ਦੇ ਜਿੱਦਾਂ ਪ੍ਰੋਬਲਮਸ ਨੇ, ਜਿੱਦਾਂ ਕਿ ਕਹਿ ਲਓ ਕਿ ਕਮਿਊਨੀਕੇਸ਼ਨ ਗੈਪ ਹੈ ਜਾਂ ਫਿਰ ਥਿੰਕਿੰਗ ਹੈ। ਤਾਂ ਉਸ ਗੱਲ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹਾਂ। ਗੱਲ ਇੱਦਾਂ ਹੈ ਕਿ ਜਿੱਦਾਂ ਕਿ ਜੋ ਸੀਨੀਅਰ ਸਿਟੀਜ਼ਨਸ ਨੇ, ਜੋ ਸਾਡੇ ਸੀਨੀਅਰਸ ਨੇ, ਮਤਲਬ ਜੋ ਸਾਡੇ ਪੰਜਾਬ ਤੋਂ ਬਹੁਤ ਸਾਲ ਪਹਿਲੇ ਦੇ ਆਏ ਹੋਏ ਆ ਐਂਡ ਕਾਫੀ ਸਾਲਾਂ ਤੋਂ ਇੱਥੇ ਆ ਐਂਡ ਜਦੋਂ ਬੰਦਾ ਨਵਾਂ ਆਉਂਦਾ ਐਂਡ ਉਹਦੇ ਬਾਅਦ 'ਚ ਕਾਫੀ ਟਾਈਮ ਲੱਗਦਾ ਉਹਨੂੰ ਸੈਟਲ ਹੋਣ 'ਚ ਐਂਡ ਇੱਕ ਸੈਟਲਮੈਂਟ ਦਾ ਇੱਕ ਪ੍ਰੋਸੈਸ ਹੈ ਕਿ ਪਹਿਲਾਂ ਜਦੋਂ ਬੰਦਾ ਆਉਂਦਾ ਹੈ ਤਾਂ ਉਹਦੀ ਸਿਰਫ ਔਰ ਸਿਰਫ ਇੰਨੀ ਇੰਟੈਂਸ਼ਨ ਹੁੰਦੀ ਹੈ ਕਿ ਅਸੀਂ ਕਿਸੇ ਤਰੀਕੇ ਇੱਥੇ ਪੈਸੇ ਕਮਾਈਏ ਐਂਡ ਵੱਧ ਤੋਂ ਵੱਧ ਕੰਮ ਕਰੀਏ ਐਂਡ ਵੱਧ ਤੋਂ ਵੱਧ ਪੈਸੇ ਕਮਾ ਕੇ ਅਸੀਂ ਪਿੱਛੇ ਭੇਜ ਲਈਏ, ਪਿੱਛਾ ਪਹਿਲਾਂ ਆਪਣਾ ਸਟਰੋਂਗ ਕਰ ਲਈਏ ਐਂਡ ਉਹਦੇ ਬਾਅਦ 'ਚ ਫਿਰ ਅਸੀਂ ਆਪਣੀ ਸੈਟਲਮੈਂਟ ਦੀ ਗੱਲ ਸੋਚਾਂਗੇ। ਤਾਂ ਉਸੇ ਪ੍ਰੋਸੈਸ ਦੇ ਵਿੱਚ ਸਾਰਾ ਹੀ ਬੰਦਾ ਜਿਹੜਾ ਵੀ ਦੂਸਰੀ ਏਸ਼ੀਅਨ ਕੰਟਰੀਜ਼ 'ਚੋਂ ਆਉਂਦਾ ਹੈ ਤਾਂ ਉਸ ਪ੍ਰੋਸੈਸ 'ਚੋਂ ਗੁਜ਼ਰਦਾ ਹੈ। ਤਾਂ ਉਸੇ ਪ੍ਰੋਸੈਸ 'ਚੋਂ ਹੁਣ ਗੁਜ਼ਰ ਰਹੇ ਨੇ ਪੰਜਾਬ ਦੇ ਸਟੂਡੈਂਟਸ ਐਂਡ ਮੈਂ ਇੱਥੇ ਨਾ ਸਿਟੀਜ਼ਨਸ ਨੂੰ ਸਪੋਰਟ ਕਰਾਂਗੀ ਨਾ ਸਟੂਡੈਂਟਸ ਨੂੰ ਸਪੋਰਟਸ ਕਰਾਂਗੀ। ਮੈਂ ਜੋ ਇਸ ਬਾਰੇ ਸੋਚਦੀ ਹਾਂ ਮੈਂ ਆਪਣੀ ਸੋਚ ਤੁਹਾਡੇ ਅੱਗੇ ਰੱਖਾਂਗੀ। ਮੈਂ ਇਸ ਬਾਰੇ ਇਹ ਸੋਚਦੀ ਹਾਂ ਕਿ ਜਿੱਦਾਂ ਕੁਝ ਸਿਟੀਜ਼ਨਸ ਜੋ ਸੀਨੀਅਰ ਸਿਟੀਜ਼ਨਸ ਨੇ, ਜੋ ਜ਼ਿਆਦਾ ਏਜ ਦੇ ਨੇ, ਜੋ ਸਾਡੇ ਕਾਫੀ ਵੱਡੇ ਆ ਏਜ ਤੋਂ, ਉਹਨਾਂ ਦੀ ਰਿਸਪੈਕਟ ਕਰਦੇ ਹਾਂ ਕਿਉਂਕਿ ਉਹ ਜੋ ਸੋਚਦੇ ਨੇ ਆਪਣੇ ਹਿਸਾਬ ਨਾਲ ਉਹਨਾਂ ਦੀ ਸੋਚ ਬਿਲਕੁਲ ਸਹੀ ਹੈ। ਕਿਉਂਕਿ ਜਦੋਂ ਬੰਦਾ ਇੱਕ ਸੈਟਲਮੈਂਟ ਪੋਜੀਸ਼ਨ 'ਤੇ ਹੋ ਜਾਂਦਾ ਐਂਡ ਉਹਦੇ ਬਾਅਦ 'ਚ ਰਿਟਾਇਰ ਹੋ ਜਾਂਦਾ ਤਾਂ ਉਹਦੇ ਕੋਲ ਇੱਕ ਬਹੁਤ ਵੱਡਾ ਲਾਈਫ ਦਾ ਐਕਸਪੀਰੀਅੰਸ ਹੁੰਦਾ ਐਂਡ ਆਪਣੀ ਸੋਚ ਹੁੰਦੀ ਹੈ ਤਾਂ ਉਹ ਆਪਣੀ ਸੋਚ ਨੂੰ ਦੂਸਰਿਆਂ ਨਾਲ ਸ਼ੇਅਰ ਕਰਦੇ ਆ। ਤਾਂ ਮੈਂ ਉਹਨਾਂ ਦੇ ਵੀ ਖਿਲਾਫ ਨਹੀਂ ਬੋਲਣਾ ਚਾਹੁੰਦੀ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਜਿੱਦਾਂ ਅੱਜ ਕੱਲ੍ਹ ਦਾ ਟਾਈਮ ਚੱਲ ਰਿਹਾ ਹੈ, ਤਾਂ ਚਾਹੇ ਬੱਚੇ ਪੰਜਾਬ 'ਚ ਨੇ, ਚਾਹੇ ਬੱਚੇ ਕੈਨੇਡਾ 'ਚ ਨੇ, ਚਾਹੇ ਬੱਚੇ ਅਮਰੀਕਾ 'ਚ ਨੇ, ਚਾਹੇ ਇੰਗਲੈਂਡ 'ਚ ਹੈ, ਸਿਰਫ ਕੰਟਰੀ ਦਾ ਐਂਡ ਕਲਰ ਦਾ ਡਿਫਰੈਂਸ ਹੈ। ਅਦਰਵਾਈਜ਼ ਸਾਰੇ ਹੀ ਸੇਮ ਨੇ। ਅੱਜ ਕੱਲ੍ਹ ਦੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਕਿਸੇ ਦੀ ਗੱਲ ਨਹੀਂ ਮੰਨਦੇ, ਉਹ ਉਹੀ ਕਰਦੇ ਨੇ ਜੋ ਉਹਨਾਂ ਨੂੰ ਪਸੰਦ ਹੁੰਦਾ। ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਜਿਨ੍ਹਾਂ ਦੇ ਬੱਚੇ ਹੈ ਐਂਡ ਕਈ ਲੋਕ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਬੱਚੇ ਬਹੁਤ ਹੀ ਜ਼ਿਆਦਾ ਕੰਟਰੋਲ 'ਚ ਹੈ ਐਂਡ ਮਾਂ ਬਾਪ ਦਾ ਕਹਿਣਾ ਮੰਨਦੇ ਆ। ਪਰ ਜਦੋਂ ਆਪਣੀ ਕੰਟਰੀ ਛੱਡ ਕੇ ਦੂਸਰੀ ਕੰਟਰੀ 'ਚ ਬੱਚੇ ਜਾਂਦੇ ਨੇ ਅੰਡਰ 20 ਐਂਡ 21 22 ਈਅਰਸ ਦੀ ਏਜ 'ਚ, ਤਾਂ ਇਹ ਬਹੁਤ ਹੀ ਈਜ਼ੀ ਹੈ ਕਿ ਉੱਥੇ ਦਾ ਕਲਚਰ, ਉੱਥੇ ਦਾ ਸਿਸਟਮ ਬਹੁਤ ਜਲਦੀ ਸਭ ਤੋਂ ਪਹਿਲਾਂ ਬੰਦਾ ਐਕਸੈਪਟ ਕਰਦਾ ਹੈ ਕਿ ਅਸੀਂ ਇਸ ਕੰਟਰੀ 'ਚ ਆਏ ਹਾਂ ਤਾਂ ਜਿੱਦਾਂ ਇੱਥੇ ਦੇ ਲੋਕ ਕਰਦੇ ਅਸੀਂ ਉਹੀ ਕਰੀਏ। ਸਭ ਤੋਂ ਪਹਿਲੇ ਐਕਸੈਪਟੈਂਸ ਉਹ ਹੁੰਦੀ ਹੈ ਉਹਨਾਂ ਦੀ। ਤਾਂ ਉਹ ਕਰਨ ਦਾ ਵੀ ਇੱਕ ਰੀਜ਼ਨ ਹੁੰਦਾ ਹੈ ਕਿ ਹੁਣ ਅਸੀਂ ਆਪਣੇ ਘਰੋਂ ਤਾਂ ਬਾਹਰ ਹਾਂ, ਸਾਡੇ ਮਾਂ ਬਾਪ, ਸਾਡੇ ਰਿਸ਼ਤੇਦਾਰ ਤਾਂ ਸਾਨੂੰ ਦੇਖ ਨਹੀਂ ਰਹੇ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਅਸੀਂ ਜੋ ਮਰਜ਼ੀ ਕਰ ਲਈਏ। ਉਹ ਇਸ ਚੀਜ਼ ਦਾ ਵੀ ਖਿਆਲ ਨਹੀਂ ਰੱਖਦੇ ਕਿ ਹੁਣ ਜਿਹੜੇ ਸਾਨੂੰ ਲੋਕ ਦੇਖ ਰਹੇ ਨੇ ਉਹ ਕੀ ਸੋਚਣਗੇ ਜਾਂ ਫਿਰ ਉਹ ਸਾਡਾ ਕੀ ਇਫੈਕਟ ਹੋਏਗਾ ਜੋ ਅਸੀਂ ਕਰ ਰਹੇ ਹਾਂ। ਜਿੱਦਾਂ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਕਈ ਮੁੰਡੇ ਔਰ ਕੁੜੀਆਂ ਸ਼ਰਮ ਵੀ ਨਹੀਂ ਕਰਦੇ, ਪਾਰਕ ਦੇ ਵਿੱਚ ਹੀ ਸਾਰਾ ਕੁਝ ਕਰਨ ਲੱਗ ਜਾਂਦੇ ਨੇ, ਕੋਲਡ ਡਰਿੰਕ ਪੀ ਕੇ ਟਿਨ ਜਿਹੜੇ ਆ ਸੱਟ ਦਿੰਦੇ ਆ ਪਬਲਿਕ ਪਲੇਸਿਸ 'ਤੇ, ਟਿਸ਼ੂਜ਼ ਸੁੱਟ ਦਿੰਦੇ ਆ, ਜਿੱਦਾਂ ਦਾ ਵੀ ਹੈ। ਤਾਂ ਮਿਸਟਰ ਸਿੱਧੂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਟਸ ਅ ਪ੍ਰੋਸੈਸ। ਉਹ ਵੀ ਇੱਕ ਪ੍ਰੋਸੈਸ 'ਚ ਨੇ। ਮੈਂ ਇਹ ਨਹੀਂ ਕਹਿ ਰਹੀ ਕਿ ਉਹ ਗਲਤ ਕਰ ਰਹੇ ਨੇ, ਉਹ ਸਹੀ ਕਰ ਰਹੇ ਨੇ। ਇਟ ਇਜ਼ ਰੋਂਗ। ਚਾਹੇ ਉਹ ਆਪਣਾ ਘਰ ਹੈ, ਅਸੀਂ ਉਹਨੂੰ ਆਪਣਾ ਘਰ ਨੂੰ ਵੀ ਸਾਫ਼ ਰੱਖਣਾ ਹੈ, ਘਰ ਦੇ ਆਸ-ਪਾਸ ਦੇ ਏਰੀਏ ਨੂੰ ਵੀ ਸਾਫ਼ ਰੱਖਣਾ, ਆਪਣੇ ਮੁਹੱਲੇ ਨੂੰ ਵੀ ਸਾਫ਼ ਰੱਖਣਾ ਹੈ, ਆਪਣੀ ਸਿਟੀ ਨੂੰ, ਆਪਣੀ ਕੰਟਰੀ ਨੂੰ ਸਾਫ਼ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਐਂਡ ਜਦੋਂ ਅਸੀਂ ਦੂਸਰੀ ਕੰਟਰੀ 'ਚ ਜਾਂਦੇ ਹਾਂ ਤਾਂ ਉਸ ਕੰਟਰੀ ਦਾ ਰੂਲਸ ਰੈਗੂਲੇਸ਼ਨ ਐਂਡ ਉੱਥੇ ਦਾ ਸਿਸਟਮ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਇੱਕ ਸਾਫ਼ ਸੁਥਰੀ ਕੰਟਰੀ 'ਚ ਅਸੀਂ ਜਾ ਰਹੇ ਹਾਂ ਤਾਂ ਉੱਥੇ ਦੇ ਲੋਕ ਨੇ ਜਿਹੜਾ ਉਹ ਜਿਹੜੀ ਪੂਹ ਹੁੰਦੀ ਹੈ ਡੋਗੀ ਦੀ, ਉਹ ਵੀ ਪੂਹ ਬੈਗ 'ਚ ਉਠਾ ਕੇ ਜਿਹੜਾ ਹੈ ਉਹ ਬਾਕਸ ਲੱਗੇ ਹੁੰਦੇ ਉਹਦੇ ਸੱਟਦੇ ਆ, ਥੁੱਕਦੇ ਵੀ ਨਹੀਂ ਹੈ ਰੋਡਾਂ 'ਤੇ। ਤਾਂ ਅਸੀਂ ਕੀ ਕਰਨਾ ਹੁਣ? ਇਹ ਚੀਜ਼ ਅਗਰ ਆਪਾਂ ਕਹੀਏ ਕਿ ਬੱਚੇ ਗਲਤ ਕਰ ਰਹੇ ਨੇ
ਉਹ ਪਬਲਿਕ ਪਲੇਸ 'ਚ ਹੱਥ ਫੜਦੇ ਨੇ, ਹੱਗ ਕਰਦੇ ਨੇ, ਕਿਸ ਕਰਦੇ ਨੇ, ਸਾਰਾ ਕੁਝ ਪਬਲਿਕ ਪਲੇਸਿਸ 'ਚ ਕਰ ਰਹੇ ਨੇ, ਉਹ ਧਿਆਨ ਨਹੀਂ ਰੱਖ ਰਹੇ, ਸਿਟੀ ਗੰਦੀ ਕਰ ਰਹੇ ਨੇ ਐਂਡ ਸਾਡਾ ਪੰਜਾਬੀ ਕਲਚਰ, ਪੰਜਾਬੀ ਸੱਭਿਆਚਾਰ ਗੰਦਾ ਕਰ ਰਹੇ ਨੇ। ਕਈ ਭਰਾ ਤਾਂ ਇਹ ਵੀ ਲਿਖਦੇ ਆ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਪੋਰਟ ਕਰਦੇ ਹੋ ਕਿ ਸਾਡਾ ਸਿੱਖ ਕਲਚਰ ਹੈ ਉਹ ਗਰਲਫ੍ਰੈਂਡ ਬॉयਫ੍ਰੈਂਡ ਨੂੰ ਸਪੋਰਟ ਕਰਦਾ। ਸਿੱਖ ਕਲਚਰ ਜਿਹੜਾ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਹੀ ਸਪੋਰਟ ਨਹੀਂ ਕਰਦਾ। ਕਿ ਸਾਡਾ ਸਿੱਖ ਕਲਚਰ ਇਹ ਸਪੋਰਟ ਕਰਦਾ ਹੈ ਕਿ ਅਸੀਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਏ, ਉਹ ਗਲਤ ਕਰ ਰਹੀਆਂ ਤਾਂ ਅਸੀਂ ਉਹਨਾਂ ਦੇ ਨਾਮ ਰੱਖ ਕੇ ਉਹਨਾਂ ਨੂੰ ਪਬਲਿਸਿਟੀ ਦਈਏ। ਸਾਡਾ ਕਲਚਰ ਇਹ ਬਿਲਕੁਲ ਹੀ ਨਹੀਂ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਸੈਂਸ ਨਹੀਂ ਹੈ, ਉਹ ਇੱਕ ਗੋ ਥਰੂ ਪ੍ਰੋਸੈਸ 'ਚ ਨੇ, ਉਹ ਸਿਰਫ ਔਰ ਸਿਰਫ ਪੈਸੇ ਕਮਾਉਣ ਬਾਰੇ ਸੋਚ ਰਹੇ ਨੇ। ਪਲੱਸ ਉਹਨਾਂ ਦੀ ਏਜ ਹੈ ਜੋ ਅਜੇ ਇੰਨੀ ਜ਼ਿਆਦਾ ਸਮਝ ਨਹੀਂ ਹੈ ਕਿ ਅਸੀਂ ਕੀ ਕਰਨਾ ਐਂਡ ਕੀ ਨਹੀਂ ਕਰਨਾ। ਜਦੋਂ ਸਿਟੀਜ਼ਨ ਬਣਦੇ ਨੇ, ਅੱਜ ਕੱਲ੍ਹ ਸਿਟੀਜ਼ਨਸ਼ਿਪ ਦੀ ਓਥ ਲੈਂਦੇ ਨੇ, ਉਹਦੇ ਲਈ ਇੱਕ ਟੈਸਟ ਪਾਸ ਕਰਨਾ ਹੁੰਦਾ ਹੈ, ਤਾਂ ਉਹਦੇ ਵਿੱਚ ਹਰ ਚੀਜ਼ ਲਿਖੀ ਹੈ ਕਿ ਤੁਸੀਂ ਇਹ ਕਰਨਾ ਹੈ। ਔਰ ਜਦੋਂ ਆਪਾਂ ਨਹੀਂ ਕਰਦੇ, ਆਪਾਂ ਅਗਰ ਡਰਾਈਵਿੰਗ ਗਲਤ ਕਰਦੇ ਹਾਂ ਤਾਂ ਪੁਆਇੰਟ ਬੇਸ ਸਿਸਟਮ ਹੈ, ਡਰਾਈਵਿੰਗ 'ਤੇ ਬੈਨ ਹੋ ਜਾਂਦਾ ਹੈ। ਅਗਰ ਕੋਈ ਆਪਾਂ ਗਲਤੀ ਕਰਦੇ ਹਾਂ ਤਾਂ ਉਹਦੀ ਵੀ ਪਨਿਸ਼ਮੈਂਟ ਹੈ। ਹਰ ਚੀਜ਼ ਦੀ ਜਦੋਂ ਇਹ ਲੋਕ ਵੀ ਉਸ ਪ੍ਰੋਸੈਸ 'ਚੋਂ ਨਿਕਲਣਗੇ ਤਾਂ ਜ਼ਰੂਰ ਉਹ ਚੀਜ਼ ਵੀ ਸਿੱਖਣਗੇ। ਤਾਂ ਮੈਂ ਹੁਣ ਉਹਨਾਂ ਨੂੰ ਇਹ ਕਿੱਦਾਂ ਕਹਿ ਕਿ ਤੁਸੀਂ ਗਲਤ ਹੋ ਔਰ ਅਸੀਂ ਸਹੀ ਹਾਂ। ਸਾਨੂੰ ਇਹ ਚੀਜ਼ ਖਰਾਬ ਲੱਗ ਰਹੀ ਹੈ ਦੇਖਣ 'ਚ ਕਿ ਪਬਲਿਕ ਪਲੇਸਿਸ 'ਚ ਕਿਸਿਸ ਕਰਨਾ ਐਂਡ ਹੱਗ ਕਰਨਾ ਗਲਤ ਹੈ ਜਾਂ ਫਿਰ ਗੰਦ ਪਾਉਣਾ ਗਲਤ ਹੈ। ਅਸੀਂ ਆਪਣੇ ਦਿਮਾਗ ਦੀ ਸੋਚ ਨਾਲ ਇਹ ਗੱਲ ਕਹਿ ਸਕਦੇ ਹਾਂ, ਬਟ ਅਸੀਂ ਇਹ ਗੱਲ ਉਹਨਾਂ ਨੂੰ ਕਹੀਏ ਤਾਂ ਇਹ ਗੱਲ ਖਰਾਬ ਲੱਗੇਗੀ, ਕਿਉਂਕਿ ਉਹ ਕਹਿਣਗੇ ਅਸੀਂ ਅਨਪੜ੍ਹ ਹਾਂ, ਸਾਨੂੰ ਨਹੀਂ ਪਤਾ, ਅਸੀਂ ਪੈਸੇ ਲਗਾ ਕੇ ਆਏ ਹਾਂ, ਅਸੀਂ ਸਾਰਾ ਕੁਝ ਕਰਕੇ ਆਏ ਹਾਂ। ਇੱਦਾਂ ਦੀ ਜਿਹੜੀ ਸੋਚ ਹੈ ਉਹਨਾਂ ਦੀ, ਉਹ ਇੱਦਾਂ ਸੋਚਦੇ ਨੇ। ਤਾਂ ਫਿਰ ਉਹਨਾਂ ਨੂੰ ਖੁਦ ਹੀ ਇਹ ਗੱਲ ਸੋਚਣੀ ਚਾਹੀਦੀ ਹੈ। ਭਲਾ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਅਗਰ ਆਪਾਂ ਕਿਸੇ ਨੂੰ ਇਹ ਗੱਲ ਕਹੀਏ ਕਿ ਇਹ ਚੀਜ਼ ਗਲਤ ਹੈ, ਆਪਾਂ ਇੱਦਾਂ ਨਹੀਂ ਕਰਨਾ, ਬੱਚਿਆਂ ਨੂੰ ਅਗਰ ਆਪਣੇ ਵੀ ਬੱਚਿਆਂ ਨੂੰ ਕਹਿ ਦਈਏ ਤਾਂ ਉਹ ਵੀ ਕਹਿਣਗੇ ਮੰਮਾ ਯੂ ਆਰ ਰੋਂਗ, ਯੂ ਡੋਂਟ ਨੋ ਐਨੀਥਿੰਗ, ਯੂ ਆਰ ਓਲਡ ਫੈਸ਼ਨ, ਹੈ ਨਾ। ਜਿੱਦਾਂ ਸਾਡੇ ਬੱਚੇ ਵੀ ਐਕਸੈਪਟ ਨਹੀਂ ਕਰਦੇ ਤਾਂ ਦੂਸਰਿਆਂ ਦੇ ਬੱਚੇ ਕਿੱਦਾਂ ਐਕਸੈਪਟ ਕਰਨਗੇ। ਤਾਂ ਇਹ ਉਹਨਾਂ ਦਾ ਹੀ ਫਰਜ਼ ਬਣਦਾ ਹੈ ਕਿ ਸਾਡੇ ਸੀਨੀਅਰ, ਸਾਡੇ ਮਾਂ ਪਿਓ, ਸਾਡੇ ਬਜ਼ੁਰਗ, ਜੇ ਅਸੀਂ ਆਪਣੀ ਕੰਟਰੀ 'ਚ ਚੀਜ਼ਾਂ ਲਈ ਅਲਾਊਡ ਨਹੀਂ ਆ ਤਾਂ ਅਸੀਂ ਇੱਥੇ ਵੀ ਨਾ ਕਰੀਏ। ਅਗਰ ਅਸੀਂ ਕੁਝ ਕਰਨਾ ਹੀ ਹੈ ਤਾਂ ਅਸੀਂ ਪਰਦੇ 'ਚ ਕਰ ਲਈਏ, ਅਸੀਂ ਪਬਲਿਕ ਪਲੇਸਿਸ 'ਚ ਨਹੀਂ ਕਰੀਏ, ਕਿਉਂਕਿ ਅਸੀਂ ਇੰਡੀਆ ਤੋਂ ਆਏ ਹਾਂ। ਮੈਂ ਇੱਥੇ ਕਿਸੇ ਨੂੰ ਵੀ ਬਲੇਮ ਨਹੀਂ ਕਰਦੀ, ਮੈਂ ਇੱਥੇ ਖੁੱਲ੍ਹੇ ਮਾਹੌਲ ਨੂੰ ਬਲੇਮ ਕਰਦੀ ਹਾਂ ਕਿ ਇਹ ਹੀ ਸਿਸਟਮ ਹੈ ਜੋ ਵੈਸਟਰਨ ਸਿਸਟਮ ਹੈ। ਇਹ ਅੱਜ ਕੱਲ੍ਹ ਇੰਡੀਆ 'ਚ ਵੀ ਇੱਦਾਂ ਹੀ ਚੱਲ ਰਿਹਾ, ਇਕੱਲੇ ਕੈਨੇਡਾ 'ਚ ਨਹੀਂ, ਹਰ ਜਗ੍ਹਾ ਇਹੀ ਹਾਲ ਹੈ। ਤਾਂ ਮੈਂ ਸਟੂਡੈਂਟਸ ਨੂੰ ਇਹ ਰਿਕੁਐਸਟ ਕਰ ਸਕਦੀ ਹਾਂ ਕਿ ਬੇਟਾ ਦੇਖੋ, ਇਹ ਚੀਜ਼ ਦੇਖਣ 'ਚ ਖਰਾਬ ਲੱਗ ਰਹੀ ਹੈ ਸਾਡੇ ਸੀਨੀਅਰਸ ਨੂੰ। ਮੈਂ ਨਹੀਂ ਕਹਿੰਦੀ ਕਿ ਤੁਸੀਂ ਗਲਤ ਹੋ, ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਅਗਰ ਕਰਦੇ ਹੋ ਤਾਂ ਕੰਟਰੋਲ ਕਰੋ ਇਸ ਚੀਜ਼ ਨੂੰ, ਤਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਨਾ ਦੇਖਣ ਇਹ ਚੀਜ਼ਾਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਸਿਸਟਮ, ਸਾਡਾ ਸੱਭਿਆਚਾਰ, ਸਾਡੀ ਵਿਰਸਾ ਅਲੱਗ ਚੀਜ਼ ਹੈ, ਸਾਡੀ ਪੰਜਾਬੀ ਲੋਕ ਇੱਦਾਂ ਨਹੀਂ ਕਰਦੇ। ਉਹਨਾਂ ਨੂੰ ਖਰਾਬ ਲੱਗਦਾ ਹੈ ਕਿਉਂਕਿ ਉਹ ਬਹੁਤ ਪਹਿਲੇ ਦੇ ਲੋਕ ਨੇ, ਉਹਨਾਂ ਦਾ ਸਿਸਟਮ, ਚਾਹੇ ਉਹ ਪੰਜਾਬ 'ਚ ਨੇ, ਮੈਨੂੰ ਪੰਜਾਬ ਔਰ ਕੈਨੇਡਾ 'ਚ ਕੋਈ ਫ਼ਰਕ ਨਹੀਂ ਲੱਗਦਾ। ਇਸੇ ਕਰਕੇ ਮੇਰਾ ਮਨ ਹੀ ਨਹੀਂ ਲੱਗਦਾ ਐਂਡ ਮੈਂ ਇਹੀ ਤਾਂ ਹੀ ਡਿਸਾਈਡ ਕੀਤਾ ਕਿ ਇੰਡੀਆ 'ਚ ਰਹਿਣਾ ਹੈ, ਕਿਉਂਕਿ ਕੋਈ ਡਿਫਰੈਂਸ ਹੀ ਨਹੀਂ ਲੱਗਦਾ। ਹੁਣ ਤਾਂ ਬਿਲਕੁਲ ਹੀ ਡਿਫਰੈਂਸ ਨਹੀਂ ਲੱਗਦਾ। ਐਂਡ ਜੋ ਹੁਣ ਸਿਟੀਜ਼ਨਸ ਐਂਡ ਸਟੂਡੈਂਟਸ ਦੇ ਵਿੱਚ ਜਿਹੜੀ ਦੀਵਾਰ ਬਣੀ ਹੋਈ ਹੈ, ਇੱਕ ਹੇਟ ਵਾਲ, ਇੱਕ ਚਾਈਨਾ ਵਾਲ ਵਾਂਗੂ ਇੱਕ ਹੇਟ ਵਾਲ ਬਣ ਗਈ ਹੈ, ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰਨਾ। ਸਾਰੇ ਸਟੂਡੈਂਟਸ ਨੂੰ ਮੈਂ ਰਿਕੁਐਸਟ ਕਰਨਾ ਚਾਹੁੰਦੀ ਹਾਂ, ਮੁੰਡਿਆਂ ਨੂੰ, ਕੁੜੀਆਂ ਨੂੰ, ਕਿ ਤੁਸੀਂ ਫਿਊਚਰ ਸਿਟੀਜ਼ਨਸ ਹੋ ਕੈਨੇਡਾ ਦੇ, ਤਾਂ ਤੁਸੀਂ ਕਿਸੇ ਨੂੰ ਬਲੇਮ ਨਾ ਕਰੋ। ਸਿਰਫ ਇੱਕ ਪ੍ਰੋਸੈਸ 'ਚ ਗੋ ਥਰੂ ਹੋ ਰਹੇ ਹੋ ਤਾਂ ਉਸ ਪ੍ਰੋਸੈਸ ਨੂੰ ਤੁਸੀਂ ਸਪੋਰਟ ਕਰੋ ਕਿ ਬਹੁਤ ਡਿਫਰੈਂਸ ਹੈ। ਕੁਛ ਵਿਚਾਰੇ ਲੋਕ ਕਹਿੰਦੇ ਇਟ ਲੁਕਸ ਵੀਅਰਡ ਵੈਨ ਪੰਜਾਬੀ ਸਟੂਡੈਂਟਸ ਟਾਕਸ ਪੰਜਾਬੀ ਇਨ ਪਬਲਿਕ ਪਲੇਸਿਸ। ਤਾਂ ਜਦੋਂ ਅਸੀਂ ਗੋਰਿਆਂ ਦੇ ਵਿੱਚ ਖੜੇ ਹੁੰਦੇ ਹਾਂ ਔਰ ਆਪਣੀ ਲੈਂਗੁਏਜ 'ਚ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਸਾਡੇ ਖਿਲਾਫ ਕੁਝ ਬੋਲ ਰਹੇ ਨੇ, ਉਹਨਾਂ ਨੂੰ ਇੱਦਾਂ ਲੱਗਦਾ ਹੈ। ਤਾਂ ਪਬਲਿਕ ਪਲੇਸਿਸ 'ਚ ਖੜੇ ਹੋ ਕੇ, ਚਾਹੇ ਅਸੀਂ ਸਾਰੇ ਪੰਜਾਬੀ ਹਾਂ, ਅਸੀਂ ਮੰਨਦੇ ਹਾਂ ਕਿ ਅਸੀਂ ਪੰਜਾਬੀ ਹਾਂ, ਬਟ ਅਗਰ ਤੁਸੀਂ ਕਾਮਨ ਜਗ੍ਹਾ 'ਤੇ ਖੜੇ ਹੋ ਤਾਂ ਉੱਥੇ ਇੱਦਾਂ ਲੱਗਦਾ ਕਿ ਸਾਨੂੰ ਟੀਜ਼ ਕਰ ਰਹੇ ਨੇ ਦੂਸਰੇ ਲੋਕ ਜਿਹੜੇ ਸਾਡੀ ਲੈਂਗੁਏਜ ਨਹੀਂ ਸਮਝਦੇ। ਤਾਂ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖੋ। ਐਂਡ ਬਾਕੀ ਜਿਹੜੇ ਸਿਸਟਮ ਇੰਡੀਆ 'ਚ ਹੈ, ਅੱਜ ਵੀ ਮੇਰੀ ਫੇਸ ਪੇਜ 'ਤੇ ਕਿਸੇ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਮੈਨੂੰ ਫੇਸਬੁੱਕ 'ਤੇ ਫਰੈਂਡ ਰਿਕੁਐਸਟ ਭੇਜੀ ਐਂਡ ਹੀ ਇਜ਼ ਅ ਲਾਇਰ, ਹੀ ਇਜ਼ ਪ੍ਰੈਕਟਿਸਿੰਗ ਲਾਅ। ਤਾਂ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਲਾਅ ਪੜ੍ਹਿਆ ਹੈ ਐਂਡ ਲਾਅ ਦੀ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਤਾਂ ਤੁਸੀਂ ਜਿਹੜੀ ਫੇਸਬੁੱਕ 'ਤੇ ਫੋਟੋ ਪਾਈ ਹੈ ਆਪਣੀ, ਉਹ ਗੰਨਾ ਫੜ ਕੇ ਤੁਸੀਂ ਫਰੈਂਡਸ ਦੇ ਨਾਲ 25-30 ਮੁੰਡੇ ਜਿਹੜੇ ਉਹ ਰੋਡਾਂ 'ਤੇ ਭੱਜ ਰਹੇ ਹੋ, ਇਹ ਕਿਉਂ ਪਾਈ ਹੈ? ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਨਕਲੀ ਹੈ। ਮੈਂ ਕਿਹਾ ਅਗਰ ਨਕਲੀ ਵੀ ਹੈ ਪਰ ਸ਼ੌਕ ਤਾਂ ਤੁਹਾਡਾ ਇਹੀ ਹੈ ਕਿ ਅਸੀਂ ਗੰਨਾ ਫੜ ਕੇ ਫੋਟੋਆਂ ਖਿਚਾਈਏ। ਇਟ ਰਿਫਲੈਕਟਸ ਦੇਅਰ ਮੈਂਟੈਲਿਟੀ ਕਿ ਕਿੱਦਾਂ ਦੀ ਸੋਚ ਰੱਖਦੇ ਹੋ ਤੁਸੀਂ, ਕਿੱਦਾਂ ਦੀ ਸੋਚ ਹੈਗੀ ਹੈ ਤੁਹਾਡੀ ਕਿ ਤੁਸੀਂ ਇੱਦਾਂ ਦੀ ਚੀਜ਼ਾਂ ਨੂੰ ਪ੍ਰਮੋਟ ਕਰਦੇ ਹੋ।
ਤਾਂ ਉਹੀ ਚੀਜ਼ਾਂ ਹੈ ਕਿ ਅਸੀਂ ਅਗਰ ਮੈਂ ਇਹਨਾਂ ਨੂੰ ਕਹਾਂ ਕਿ ਇਹ ਗਲਤ ਲੱਗਦਾ ਹੈ, ਮੈਂ ਸਿਰਫ ਔਰ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਕਮਿਊਨੀਕੇਸ਼ਨ ਗੈਪ ਇੱਕ ਹੈ ਜੋ ਅਸੀਂ ਕਹਿੰਦੇ ਹਾਂ, ਸਾਡੇ ਬੱਚੇ ਮੰਨਦੇ ਨਹੀਂ ਹੈ। ਬਸ ਇਹ ਚੀਜ਼ ਕਹਿ ਸਕਦੀ ਹਾਂ ਕਿਉਂਕਿ ਉਹ ਵੀ ਕੋਈ ਬਹੁਤ ਵੱਡੇ ਬੱਚੇ ਹੈ, ਉਹ ਵੀ ਵੱਡੇ ਨਹੀਂ ਹੋਏ, ਉਹਨਾਂ ਨੂੰ ਨਹੀਂ ਪਤਾ ਅਸੀਂ ਕੀ ਕਰ ਰਹੇ ਹਾਂ। ਕਿਉਂਕਿ ਅਗਰ ਪਤਾ ਹੋਏ, ਜਾਣਬੁੱਝ ਕੇ ਕੋਈ ਨਹੀਂ ਕਰਦਾ ਇਹ ਚੀਜ਼, ਤਾਂ ਉਹ ਇਗਨੋਰੈਂਸ 'ਚ ਹੀ ਕਰ ਰਹੇ ਨੇ। ਐਂਡ ਮੈਂ ਮਿਸਟਰ ਸਿੱਧੂ ਨੂੰ ਐਂਡ ਉਹ ਸਾਰੇ ਲੋਕਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ, ਸਾਰਾ ਕੁਝ ਠੀਕ ਹੋ ਜਾਏਗਾ। ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਇਨਵਾਈਟ ਕਰ ਰਹੀ ਹੈ ਆਪਣੀ ਕੰਟਰੀ ਦੇ ਵਿੱਚ ਸਟੱਡੀ ਕਰਨ ਲਈ ਐਂਡ ਸੈਟਲ ਹੋਣ ਲਈ, ਤਾਂ ਉਹਨਾਂ ਨੂੰ ਇੱਕ ਓਪਰਚੁਨਿਟੀ ਹੈ। ਉਹਨਾਂ ਦਾ ਵੀ ਫਰਜ਼ ਹੈ ਕਿ ਕਾਨੂੰਨ ਸਿੱਖਣਾ। ਜੇ ਅਸੀਂ ਕਿਸੇ ਕੰਟਰੀ ਦੇ ਕਿਸੇ ਸਟੇਟ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਤਾਂ ਉਹ ਕਿੱਦਾਂ ਕਰੀਏ। ਮੈਂ ਉਹਨਾਂ ਦੇ ਕਿਸੇ ਵੀ ਟਾਈਪ ਦੇ ਬੈਨ 'ਚ ਇੰਟਰਸਟਿਡ ਨਹੀਂ ਹਾਂ, ਮੈਨੂੰ ਅੱਛਾ ਨਹੀਂ ਲੱਗਦਾ। ਕਿਉਂਕਿ ਧਰਮ ਕੀ ਹੈ, ਕਲਚਰ ਕੀ ਹੈ, ਸਿਸਟਮ ਕੀ ਹੈ, ਅਸੀਂ ਕਿਸੇ 'ਤੇ ਥੋਪ ਨਹੀਂ ਸਕਦੇ। ਉਹ ਆਪਣੇ ਆਪ ਹੀ ਅੰਦਰੋਂ ਇੱਕ ਫੀਲਿੰਗ ਹੈ ਔਰ ਉਹਦੀ ਐਕਸੈਪਟੈਂਸ ਅੰਦਰੋਂ ਹੋਣੀ ਚਾਹੀਦੀ ਹੈ। ਉਹ ਇੱਕ ਰਿਸਪੈਕਟ ਹੈ ਵੱਡਿਆਂ ਦੀ, ਕਲਚਰ ਦੀ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਇੰਡੀਆ ਹੈ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਕੋਈ ਵੀ ਕੰਟਰੀ ਹੈ। ਹਰ ਇੱਕ ਕੰਟਰੀ ਦੀ ਰਿਸਪੈਕਟ ਕਰਨਾ ਐਂਡ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਕਿ ਅਸੀਂ ਵੀ ਕੁਝ ਹੈਗੇ ਹਾਂ, ਅਸੀਂ ਐਵੇਂ ਬੇਵਕੂਫ ਲੋਕ ਨਹੀਂ ਹਾਂ, ਅਸੀਂ ਅਨਪੜ੍ਹ ਗਵਾਰ ਨਹੀਂ ਹਾਂ। ਤਾਂ ਉਹਨਾਂ ਨੂੰ ਇਹ ਗੱਲ ਅਜੇ ਸਮਝ ਨਹੀਂ ਆ ਰਹੀ। ਤਾਂ ਮੇਰੀ ਰਿਕੁਐਸਟ ਹੈ ਕਿ ਇੱਦਾਂ ਦੀ ਬਹੁਤ ਸਾਰੇ ਸਿਸਟਮ ਹੈਗੇ ਆ ਐਂਡ ਫਿਊਚਰ ਦੇ ਵਿੱਚ ਵੀ ਸਾਹਮਣੇ ਆਉਣਗੇ ਕਿ ਜਿੱਦਾਂ ਇੱਕ ਚੀਜ਼ ਨੋਟਿਸ ਕੀਤੀ, ਜਿੱਥੇ ਜ਼ਿਆਦਾ ਇੰਡੀਅਨਸ ਰਹਿੰਦੇ ਨੇ ਉੱਥੇ ਨਾ ਜ਼ਿਆਦਾ ਸਾਫ਼ ਸਫਾਈ ਦਿਖਦੀ ਹੈ ਅਤੇ ਨਾ ਹੀ ਜ਼ਿਆਦਾ ਉਸ ਚੀਜ਼ ਦਾ ਧਿਆਨ ਦਿੱਤਾ ਜਾਂਦਾ। ਉਹ ਵੈਸੇ ਹੀ ਗੰਦਾ ਜਿਹਾ ਦਿਖਣ ਲੱਗ ਜਾਂਦਾ। ਤਾਂ ਜਿੱਥੇ ਗੋਰੇ ਨੇ, ਗੋਰਿਆਂ ਦੇ ਇਲਾਕੇ 'ਚ ਅਗਰ ਅਸੀਂ ਰਹਿੰਦੇ ਹਾਂ ਤਾਂ ਉੱਥੇ ਇੰਨੀ ਸਾਫ਼ ਸਫਾਈ ਡੀਸੈਂਸੀ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਹਰ ਚੀਜ਼ ਕਿੱਦਾਂ ਸਾਫ਼ ਸੁਥਰੀ ਰੱਖਣੀ ਹੈ, ਕਿੱਦਾਂ ਮੈਨੇਜ ਕਰਨਾ। ਆਪਣੇ ਬੰਦਿਆਂ ਨੂੰ ਉਹ ਚੀਜ਼ ਪਤਾ ਨਹੀਂ ਹੈ ਅਜੇ ਤੱਕ। ਬਸ ਇਹੀ ਚੀਜ਼ ਹੈ ਕਿ ਉਹ ਸਮਝ ਜਾਣ ਕਿ ਜੋ ਕੁਛ ਕਹਿ ਰਹੇ ਨੇ ਸਾਡਾ ਹੀ ਭਲਾ ਹੈ, ਸਾਡੀਆਂ ਇਹ ਚੀਜ਼ਾਂ ਇਹਨਾਂ ਨੂੰ ਨਹੀਂ ਅੱਛੀਆਂ ਲੱਗ ਰਹੀਆਂ ਤਾਂ ਅਸੀਂ ਵੀ ਇੱਥੇ ਰਹਿਣਾ ਹੈ। ਅਸੀਂ ਵੀ ਕੱਲ੍ਹ ਦੇ ਦਿਨ ਉਹੀ ਸਾਰਾ ਕੁਝ ਬੋਲਣਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਇੱਦਾਂ ਦੀਆਂ ਹਰਕਤਾਂ ਕਰਾਂਗੇ, ਮੂੰਹ 'ਚ ਮੂੰਹ ਪਾਵਾਂਗੇ, ਪਬਲਿਕ ਦੇ ਵਿੱਚ ਜਾ ਕੇ ਹੱਥ 'ਚ ਹੱਥ ਫੜ ਕੇ, ਜਾਂ ਅਸੀਂ ਗਲਤ ਕੰਮ ਕਰਾਂਗੇ ਜਾਂ ਕੁਛ ਵੀ ਕਰਾਂਗੇ। ਇਹ ਉਹਨਾਂ ਦੀ ਸੋਚ ਹੋਣੀ ਚਾਹੀਦੀ ਹੈ। ਉਹਨਾਂ 'ਤੇ ਹੀ ਛੱਡਦੀ ਹਾਂ ਮੈਂ ਡਿਸੀਜ਼ਨ ਕਿ ਉਹਨਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਥੈਂਕ ਯੂ ਸੋ ਵੈਰੀ ਮੱਚ।